परम सत्कारयोग सतगुरां दी साजी और नवाजी हुई साध संगत जीओ, आप माई पाई धनता दे योग हों, जिन्हां नूं गुरु चरनां दे विच बैठ करके गुरमुख प्यारिਆਂ ਦੇ पासों रब्बी गुरबाणी दे जाप सरवण करन दे सुभाग समय प्राप्त होए। आओ सारे ही ਵੱਡੇ ਕਰਮਾਂ वाले हो, उत्तम कर्मां वाले हो, जिन्हां नूं ਅੰਮ੍ਰਿਤ ਵੇਲਾ ਪ੍ਰਾਪਤ ਹੋਇਆ। ਨਿਰੰਤਰ ਲੜੀਵਾਰ 335 ਅੰਗ ਦੇ ਉੱਤੇ ਗੁਰਬਾਣੀ ਦੀ ਕਥਾ ਚਲਦੀ ਆ ਰਹੀ ਹੈ। आओ सारे रल मिल के गुरबाणी दी विचार करिए। गौड़ी कलबूत की हस्तनी मन बौरा रे, चलत रचियो जगदीश काम सुआई गज बस पर मन बौरा रे, अंकज सहयो सीस। भगत कबीर जी कहते हथनी दे ढांचे दी तरह हे कमली जिंदड़ीए, सृष्टि दे स्वामी ने यह जगत खेड बनाईया। ओ परमेश्वर ने यह जगत खेड बनाई है। विषे दे स्वाद दे अधीन हाथी काबू विच आ जांदा। हे मेरी कमली जिंदड़ीए, अते उस नूं सिर ते कुंडा सहारना पैंदा। जिहड़ा हाथी आ, हाथी नूं काबू करन वास्ते एक लोहे दा कुंडा हुंदा, वो तिखा हुंदा। ओ जदों हाथी खराब करदा ना मस्त दा, ਤਾਂ ਉਹ ਕੁੰਡਾ ਉਹਦੇ ਸਿਰ 'ਚ ਮਾਰਦੇ ਨੇ। ਉਹ ਫਿਰ ਕੁੰਡਾ ਸਹਾਰਨਾ ਪੈਂਦਾ। ਵਿਖੈ ਬਾਚ ਹਰ ਰਾਚ ਸਮਝ ਮਨ ਬਉਰਾ ਰੇ। ਭਗਤ ਕਬੀਰ ਜੀ ਕਹਿੰਦੇ ਪਾਪ ਤੋਂ ਬਚ, ਵਾਹਿਗੁਰੂ ਅੰਦਰ ਲੀਨ ਹੋ ਜਾ ਅਤੇ ਇਹ ਸਿੱਖ ਮਤ ਧਾਰਨ ਕਰ ਲਾ। हे ਮੇਰੀ ਕਮਲੀ ਜਿੰਦੜੀਏ, ਨਿਰਭੈ ਹੋਏ ਨਾ ਹਰ ਭਜੈ, ਮਨ ਬਉਰਾ ਰੇ ਗਿਓ ਨਾ ਰਾਮ ਜਹਾਜ ਰਹਾਉ। ਤੂੰ ਨਿਡਰ ਹੋ ਕੇ ਵਾਹਿਗੁਰੂ ਦਾ ਸਿਮਰਨ ਨਹੀਂ ਕੀਤਾ ਅਤੇ ਸਾਹਿਬ ਦੇ ਬਹੁਤ ਉੱਤੇ ਸਵਾਰ ਨਹੀਂ ਹੋਏ। ਬਹੁਤ ਦਾ ਮਤਲਬ ਜਹਾਜ਼। ਤੂੰ ਸਾਹਿਬ ਦੇ ਜਹਾਜ਼ ਉੱਤੇ ਸਵਾਰ ਨਹੀਂ ਹੋਏ। हे ਮੇਰੀ ਕਮਲੀ ਜਿੰਦੜੀਏ, ਜਹਾਜ਼ ਤੇ ਸਵਾਰ ਹੋਣ ਦਾ ਮਤਲਬ परमेश्वर दे नाम दा सिमरन नहीं कीता। वाहिगुरु नाम जहाज है,
ਚੜੇ ਸੋ ਉਤਰੇ ਪਾਰ, ਜੋ ਸਰਦਾ ਕਰ ਸੇਮ ਦੇ ਗੁਰ ਪਾਰ ਉਤਾਰਨ ਹਾਰ। ਗੁਰੂ ਉਹਨਾਂ ਦਾ ਵਈ ਪਾਰ ਉਤਾਰਾ ਕਰ ਦਿੰਦਾ, ਜਿਹੜੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦੇ ਨੇ, ਬੰਦਗੀ ਕਰਦੇ ਨੇ। ਅੱਗੇ ਸੁਣੋ ਕੀ ਕਹਿੰਦੇ ਨੇ ਭਗਤ ਕਬੀਰ ਜੀ। ਮਰਕਟ ਮੁਸ਼ਟੀ ਅਨਾਜ ਕੀ, ਮਨ ਬੌਰਾ ਰੇ ਲੀਨੀ ਹੱਥ ਪਸਾਰ। ਹੇ ਮੇਰੀ ਕਮਲੀ ਜਿੰਦੜੀਏ, ਆਪਣਾ ਹੱਥ ਅਗਾਹਾਂ ਕਰਕੇ ਬਾਂਦਰ ਦਾਣਿਆਂ ਦੀ ਮੁੱਠੀ ਭਰ ਲੈਂਦਾ ਹੈ। ਬਾਂਦਰ ਆਪਣਾ ਹੱਥ ਗਾਹਾਂ ਕਰਕੇ ਦਾਣਿਆਂ ਦੀ ਮੁੱਠੀ ਭਰ ਲੈਂਦਾ, ਕਹਿੰਦੇ ਇੰਨੇ 'ਚ ਕਾਬੂ ਆ ਜਾਂਦਾ। ਇੱਕ ਛੋਟੇ ਜਿਹੇ ਬਰਤਨ ਦੇ ਵਿੱਚ, ਜਾਂ ਕਹਿ ਲਓ ਵੀ ਛੋਟਾ ਜਿਹਾ ਭਾਂਡਾ ਜਿਹਦਾ ਛੋਟਾ ਜਿਹਾ ਮੂੰਹ ਆ, ਇੱਕ ਬਰਤਨ ਭਾਂਡਾ ਜਿਸ ਦਾ ਛੋਟਾ ਜਿਹਾ ਮੂੰਹ ਹੈ, ਉਹਦੇ ਵਿੱਚ ਦਾਣੇ ਰੱਖੇ ਜਾਂਦੇ ਨੇ ਬਾਂਦਰ ਨੂੰ ਕਾਬੂ ਕਰਨ ਲਈ, ਫੜਨ ਵਾਸਤੇ। ਉਹ ਬਾਂਦਰ ਛੋਲਿਆਂ ਦੇ ਲਾਲਚ ਦੇ ਵਿੱਚ ਆ ਕੇ ਉਹਦੇ ਵਿੱਚ ਹੱਥ ਪਾਉਂਦਾ ਤੇ ਹੱਥ ਪਾ ਕੇ ਮੁੱਠੀ ਬੰਦ ਕਰ ਲੈਂਦਾ। ਜਦੋਂ ਬੰਦ ਕਰ ਲੈਂਦਾ ਮੁੱਠੀ, ਉਹ ਭਾਂਡਾ ਛੋਟਾ ਹੁੰਦਾ, ਬਾਹਰ ਨੂੰ ਨਿਕਲਦੀ ਨਹੀਂ ਹੈ। ਛੋਲਿਆਂ ਨੂੰ ਛੱਡਣ ਨੂੰ ਦਿਲ ਨਹੀਂ ਕਰਦਾ ਤੇ ਹੱਥ ਬਾਹਰ ਨਹੀਂ ਲਿਕੜਦਾ। ਕਾਬੂ ਕਰਨ ਵਾਲਾ ਇਹਨੇ ਨੂੰ, ਬਾਂਦਰ ਨੂੰ ਕਾਬੂ ਕਰ ਲੈਂਦਾ। ਆਖੋ ਸਤਨਾਮ। ਲਾਲਚ ਦੇ ਵਿੱਚ ਆ ਗਏ ਆ ਨਾ, ਲਾਲਚ ਦੇ ਵਿੱਚ ਆ ਕੇ ਕਾਬੂ ਹੋ ਗਿਆ। ਅੱਗੇ ਸੁਣੋ ਕੀ ਕਹਿੰਦੇ ਨੇ। ਸੂਟਨ ਕੋ ਸਹਿਸਾ ਪਰਿਆ, ਮਨ ਬੌਰਾ ਰੇ ਨਾਚਿਓ ਕਰ ਕਰ ਬਾਰ। ਕਹਿੰਦੇ ਪਤੰਦਰ ਨੇ ਹੱਥ ਤਾਂ ਵਿੱਚ ਪਾ ਲਿਆ, ਛੋਲਿਆਂ ਦੀ ਮੁੱਠੀ ਦਾ ਭਰ ਲਈ, ਹੱਥ ਲਿਕੜਿਆ ਨਹੀਂ, ਫਸ ਗਿਆ। ਕਹਿੰਦੇ ਖਲਾਸੀ ਪਾਉਣ ਦੀ ਚਿੰਤਾ ਧਾਰਨ ਕਰ, ਲਿਕੜਨ ਦੀ ਚਿੰਤਾ ਕਰ, ਲਾਲਚ ਨਾ ਕਰ। ਖਲਾਸੀ ਪਾਉਣ ਦੀ ਚਿੰਤਾ ਕਰ। ਹੇ ਮੇਰੀ ਕਮਲੀ ਜਿੰਦੜੀਏ, ਉਸ ਨੂੰ ਹਰ ਮਕਾਨ ਦੇ ਬੂਹੇ ਅੱਗੇ ਨੱਚਣਾ ਪਿਆ। ਕੋ ਸਤਨਾਮ। ਮੰਦਾਰੀ ਨੇ ਫੜ ਲਿਆ ਬਾਂਦਰਾਂ ਨੂੰ, ਲਾਲਚ ਆ ਕੇ ਛੋਲਿਆਂ ਦੀ ਮੁੱਠੀ ਭਰ ਲਈ, ਬਰਤਨ ਦੇ ਵਿੱਚ ਹੱਥ ਫਸ ਗਿਆ। ਮੰਦਾਰੀ ਨੇ ਫੜ ਲਿਆ, ਕਹਿੰਦੇ ਹੁਣ ਇਹ ਜਿਹਾ ਫਸਿਆ, ਘਰ ਘਰ ਜਾ ਕੇ ਨੱਚਣਾ ਪੈ ਗਿਆ। ਆਖੋ ਸਤਨਾਮ। ਦੇਖਿਆ ਜੀ, ਇਹ ਬਾਂਦਰ ਬਾਂਦਰੀ ਜਦੋਂ ਨੱਚਦੇ ਹੁੰਦੇ ਨੇ, ਖੇਡਾਂ ਕਰਦੇ ਨੇ, ਲੈ ਕੇ ਆਉਂਦੇ ਨੇ ਨਗਰਾਂ ਦੇ ਵਿੱਚ ਮੰਦਾਰੀ, ਫਿਰ ਸਾਰੇ ਉਹਨੂੰ ਦੇਖ ਦੇਖ ਕੇ ਖੁਸ਼ ਹੁੰਦੇ ਨੇ। ਉਹਦਾ ਵਿਚਾਰਾ ਫਸ ਗਿਆ, ਆਪਾਂ ਉਹਨੂੰ ਦੇਖ ਕੇ ਖੁਸ਼ ਹੁੰਦੇ ਆ। ਅੱਗੇ ਸੁਣੋ ਕੀ ਕਹਿੰਦੇ ਨੇ। ਜਿਉ ਨਲਲੀ ਸਵਾਟਾ ਗਹਿਓ, ਮਨ ਬੌਰਾ ਰੇ ਰੇ ਮਾਇਆ ਇਹ ਵਿਵਹਾਰ। ਜਿਸ ਤਰ੍ਹਾਂ ਕੜਕੀ ਦੇ ਜਰੀਏ ਤੋਤਾ ਪਕੜਿਆ ਜਾਂਦਾ ਹੈ, ਹੇ ਕਮਲੀ ਜਿੰਦੜੀਏ, ਓ ਮੇਰਿਆ ਮਨਾ, ਇਸ ਤਰ੍ਹਾਂ ਹੀ ਸੰਸਾਰੀ ਕਾਰ ਵਿਹਾਰ ਨਾਲ ਇਨਸਾਨ ਜਕੜਿਆ ਜਾਂਦਾ। ਇਨਸਾਨ ਇਸ ਤਰ੍ਹਾਂ ਜਕੜਿਆ ਜਾਂਦਾ, ਜੈਸਾ ਰੰਗ ਕੁਸੁੰਭ ਕਾ ਮਨ ਬੌਰਾ ਰੇ ਤਿਉ ਪਸਰਿਉ ਪਸਾਰ। ਕਹਿੰਦੇ ਜਿਸ ਤਰ੍ਹਾਂ ਉੱਡ ਪੁੱਡ ਜਾਣ ਵਾਲੀ ਰੰਗਤ ਕੁਸੁੰਭੇ ਦੇ ਫੁੱਲ ਦੀ, ਹੇ ਮੇਰੀ ਕਮਲੀ ਜਿੰਦੜੀਏ, ਉਸੇ ਤਰ੍ਹਾਂ ਦਾ ਜਗਤ ਦਾ ਖਲਾਰਾ ਹੈ। ਜਿਵੇਂ ਫੁੱਲ ਦੇ ਵਿੱਚੋਂ ਖੁਸ਼ਬੂ ਉੱਡ ਜਾਂਦੀ ਹੈ ਨਾ, ਇਸੇ ਤਰ੍ਹਾਂ ਇੱਕ ਦਿਨ ਤੈਂ ਸੰਸਾਰ ਚੋਂ ਉੱਡ ਜਾਣਾ ਹੈ। ਪਤਾ ਕੋਈ ਨਹੀਂ ਵੀ ਕਦੋਂ ਉੱਡ ਜਾਣਾ ਹੈ, ਸਮੇਂ ਕੋਈ ਨਹੀਂ ਮਿੱਥਿਆ ਵੀ ਕਦੋਂ ਉੱਡ ਜਾਣਾ ਹੈ।
ਅੱਗੇ ਕੀ ਕਹਿੰਦੇ, ਨਾਬਨ ਕੋ ਤੀਰਥ ਕਨੇ ਮਨ ਬਾਉਰਾ ਰੇ, ਪੂਜਨ ਕੋ ਬਹੁ ਦੇਵਾ। हे ਮੇਰੀ ਕਮਲੀ ਜਿੰਦੜੀਏ, ਉਹ ਮੇਰਿਆ ਮਨਾ, ਇਸ਼ਨਾਨ ਕਰਨ ਲਈ ਬਹੁਤੇ ਧਰਮ ਸਥਾਨ ਹਨ ਅਤੇ ਉਪਾਸਨਾ ਕਰਨ ਲਈ ਅਨੇਕਾਂ ਦੇਵਤੇ। ਕੀ ਕਹਿੰਦੇ ਨੇ ਅੱਗੇ ਸ਼ਬਦ ਚ, ਕਹੋ ਕਬੀਰ ਸੂਟਣ ਨਹੀਂ ਮਨ ਬਾਉਰਾ, ਕਹੋ ਕਬੀਰ ਸੂਟਣ ਨਹੀਂ ਮਨ ਬਾਉਰਾ ਰੇ, ਸੂਟਨ ਹਰ ਕੀ ਸੇਵਾ। ਭਗਤ ਕਬੀਰ ਜੀ ਆਖਦੇ ਹਨ, ਕਹਿੰਦੇ ਤੇਰਾ ਇਸ ਤਰ੍ਹਾਂ ਛੁਟਕਾਰਾ ਨਹੀਂ ਹੋਣਾ, ਤੇਰਾ ਇਸ ਤਰ੍ਹਾਂ ਛੁਟਕਾਰਾ ਨਹੀਂ ਹੋਣਾ। हे ਮੇਰੀ ਕਮਲੀ ਜਿੰਦੜੀਏ, ਉਹ ਮੇਰਿਆ ਮਨਾ, ਇਸ ਤਰ੍ਹਾਂ ਛੁਟਕਾਰਾ ਨਹੀਂ ਹੋਣਾ। ਪੁੱਛੋ ਜੀ ਭਗਤ ਕਬੀਰ ਜੀ ਨੂੰ ਹੋਰ ਕਿਵੇਂ ਹੋਵੇਗਾ? ਸੁਟਨ ਹਰ ਕੀ ਸੇਵਾ, ਕਹਿੰਦੇ ਰੱਬ ਦੀ ਸੇਵਾ ਸਿਮਰਨ ਦੁਆਰਾ ਤੇਰੀ ਬੰਦ ਖਲਾਸੀ ਹੋ ਜਾਣੀ ਆ, ਤੇਰੀ ਮੁਕਤੀ ਹੋ ਜਾਣੀ ਹੈ। ਜਦੋਂ ਜਿੰਨਾ ਚਿਰ ਸੇਵਾ ਨਹੀਂ ਨਾ ਕਰਦਾ ਹੱਥੀਂ, ਉਨਾ ਚਿਰ ਤੇਰੀ ਮੁਕਤੀ ਨਹੀਂ ਹੋਣੀ। ਹੱਥੀਂ ਸੇਵਾ ਕਰਾਂਗੇ ਨਾ ਫਿਰ ਮੁਕਤੀ ਹੋਣੀ ਆ। ਕੱਲਾ ਦੇਖਣ ਦੇ ਨਾਲ ਗੱਲ ਨਹੀਂ ਬਣਨੀ, ਹੱਥੀਂ ਸੇਵਾ ਕਰਾਂਗੇ ਨਾ ਫਿਰ ਗੱਲ ਬਣਦੀ ਆ। ਹੁਣ ਮੰਨ ਲਓ ਵੀ ਆਪਣੇ ਪਿੱਛੇ ਜੇ ਲੈਂਟਰ ਪਿਆ ਆਪਣੇ ਬਰਾਂਡੇ ਦਾ, ਦਰਬਾਰ ਸਾਹਿਬ ਦੇ ਦਾ, ਸੰਗਤ ਬੜੀ ਆਈ, ਬੀਬੀਆਂ ਨੇ ਸੇਵਾ ਕੀਤੀ, ਪ੍ਰਸ਼ਾਦਾ ਪਾਣੀ ਬਣਾਇਆ, ਬੀਬੀਆਂ ਦੀ ਸੇਵਾ ਚਲੋ ਜੋ ਹੈ ਉਹ ਸਾਮੀ ਬੀਬੀਆਂ ਨੇ ਪ੍ਰਸ਼ਾਦੇ ਪਾਣੀ ਦੀ। ਹਲਵਾਈ ਨੇ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਤੇ ਹੋਰ ਵੀ ਨੌਜਵਾਨ ਵੀਰ ਸਿੱਖ ਸੰਗਤਾਂ ਆਈਆਂ। ਠੇਕਾ ਦਿੱਤਾ ਹੋਇਆ ਮਿਸਤਰੀਆਂ ਨੂੰ। ਹੁਣ ਆਪਣੇ ਵਰਗੇ ਪਤਾ ਕੀ ਕਰਦੇ ਨੇ, ਮੇਰੇ ਵਰਗਾ ਪਾ ਕੇ ਕੱਸਾਂ 'ਚ ਹੱਥ ਆਰਾਮ ਨਾਲ ਖੜ ਜਾਂਦਾ। ਪਤਾ ਕੀ ਕਹਿੰਦਾ, ਆਪਾਂ ਨੂੰ ਕੀ ਲੋੜ ਆ ਯਾਰ, ਠੇਕਾ ਦਿੱਤਾ ਹੋਇਆ ਆਪੇ ਕਰਨਗੇ। ਉਹ ਤਾਂ ਕਰਨੀ ਕਰਨਾ ਉਹਨਾਂ ਨੇ, ਉਹ ਤਾਂ ਉਹਨਾਂ ਦੀ ਮਿਹਨਤ ਆ। ਪਰ ਇਹ ਦੱਸ ਵੀ ਤੇਰੀ ਕੀ ਸੇਵਾ ਲੱਗੀ? ਰੋਟੀ ਪਾਣੀ ਲੰਗਰ ਪਾਣੀ ਜ਼ਰੂਰ ਛਕ ਗਿਆ, ਨੁਕਸਾਨ ਜ਼ਰੂਰ ਕਰ ਗਿਆ ਤੂੰ ਗੁਰੂ ਘਰ ਦਾ, ਪਰ ਸੇਵਾ ਨਹੀਂ ਕੀਤੀ। ਕੋਈ ਆਖੋ ਸਤਨਾਮ। ਇਸ ਤਰ੍ਹਾਂ ਕਹਿੰਦੇ ਛੁਟਕਾਰਾ ਨਹੀਂ ਹੋਣਾ। ਇਹ ਨਹੀਂ ਦੇਖਣਾ ਆਪਾਂ ਨੇ ਵੀ ਠੇਕਾ ਲੈਤਾ ਹੋਇਆ ਕਿਸੇ ਨੇ, ਆਪਣੇ ਦਾ ਆਪਣੇ ਹੱਥੀਂ ਸੇਵਾ ਕਰਕੇ ਆਪਣਾ ਜਨਮ ਸਫਲਾ ਕਰਨਾ। ਕੀ ਦੱਸਾਂਗੇ ਆਉਣ ਵਾਲੀਆਂ ਪੀੜ੍ਹੀਆਂ, ਉਹ ਮੁੰਡਿਓ ਆ ਜਦੋਂ ਦਰਬਾਰ ਸਾਹਿਬ ਬਣਿਆ ਸੀ ਅਸੀਂ ਕੱਸਾਂ ਦੇ ਵਿੱਚ ਹੱਥ ਦੇਈ ਖੜੇ ਸੀ, ਇਹ ਕਹਾਂਗੇ? ਕਹਿਣਾ ਤਾਂ ਇਹ ਬਣਦਾ, ਉਹ ਭਾਈ ਅੱਜ ਦੇਖੋ ਜਦੋਂ ਦਰਬਾਰ ਸਾਹਿਬ ਬਣਿਆ ਸੀ ਅਸੀਂ ਨੇ ਟੋਕਰੀ ਚੱਕੀ, ਤਾਂਸਲਾ ਚੱਕਿਆ, ਹੱਥੀਂ ਸੇਵਾ ਕਰੀ, ਆ ਦਰਬਾਰ ਸਾਹਿਬ ਬਣਾਇਆ ਸੀ ਨੇ। ਇਹ ਨਹੀਂ ਕਦੇ ਵੀ ਕਹਿਣਾ ਚਾਹੀਦਾ ਵੀ ਆਪਾਂ ਨੇ ਠੇਕਾ ਦਿੱਤਾ ਹੋਇਆ, ਆਪਾਂ ਨੂੰ ਕੀ ਲੋੜ ਆ ਜੀ ਹੱਥ ਲਾਉਣ ਦੀ। ਫਿਰ ਆਪਣੀ ਸੇਵਾ ਕਾਹਦੀ ਹੋਈ ਭਾਈ? ਹੱਥੀਂ ਸੇਵਾ ਕਾਹਦੀ ਹੋਈ? ਕਾਹਦੀ ਸੇਵਾ ਲੱਗੀ? ਉਹ ਤਾਂ ਸਗੋਂ ਜਿਵੇਂ ਕਹਿੰਦੇ ਨੇ ਨਾ, ਇੱਕ ਪੌ ਲੱਥੀ ਨਹਾਤਿਆਂ ਦੋ ਭਾ ਚੜੀਏ ਸੋ ਹੋਰ। ਆਏ ਸੀ ਪਾਪ ਲਹਾਣ ਵਾਸਤੇ, ਦੋ ਚਾਰ ਪਾਪ ਹੋਰ ਚੜਾ ਕੇ ਤੁਰ ਗਏ। ਆਖੋ ਸਤਨਾਮ। ਕੀ ਫਾਇਦਾ ਹੋਇਆ ਫਿਰ? ਕਦੇ ਵੀ ਕਿਤੇ ਵੀ ਸੇਵਾ ਮਿਲੇ, ਜਿੰਨਾ ਕੁ ਸਰੀਰ ਕਰ ਸਕਦਾ ਉਤਨੀ ਕੁ ਸੇਵਾ ਹੱਥੀਂ ਕਰੇ। ਜਿਹੜਾ ਹੱਥੀਂ ਕੰਮ ਆ ਨਾ ਉਹਦਾ ਆਨੰਦ ਤਾਂ ਵੱਖਰੀ ਹੁੰਦਾ। ਆਖੋ ਸਤਨਾਮ। ਹੁਣ ਆਪਾਂ ਕਹਿੰਦੇ ਜਿਹੜਾ ਘਰ ਦਾ ਘਿਓ ਆ ਹੱਥੀਂ ਰਿੜਕਿਆ ਹੋਇਆ, ਹੱਥੀਂ ਕੱਢਿਆ ਹੋਇਆ, ਹੱਥੀਂ ਗਰਮ ਕਰਿਆ ਹੋਇਆ, ਵੀ ਉਹਦੀ ਰੀਸ ਕਰਦਾ ਕੋਈ? ਹੁਣ ਕੱਪੜੇ ਧੋਣ ਵਾਲੀਆਂ ਮਸ਼ੀਨਾਂ ਨੇ ਪਾ ਤਾਂ ਦਿੰਨੇ ਆ ਆਪਾਂ, ਤੇ ਉਹ ਜਿਹੜੇ ਹੱਥੀਂ ਕੱਪੜੇ ਧੋਤੇ ਜਾਂਦੇ ਨੇ ਉਹ ਰੀਸ ਥੋੜੂ ਆ। ਇਸ ਕਰਕੇ ਜਿਹੜੀ ਹੱਥੀਂ ਸੇਵਾ ਕੀਤੀ ਜਾਂਦੀ ਹੈ ਨਾ, ਉਹ ਸੇਵਾ ਵੱਖਰੀ ਹੈ, ਉਹ ਸੇਵਾ ਦਾ ਆਨੰਦ ਵੱਖਰਾ ਹੈ। ਸੇਵਾ ਔਰ ਸਿਮਰਨ, ਨਾ ਤਾਂ ਅੱਜ ਸੇਵਾ ਰਹੀ ਆ ਨਾ ਅੱਜ ਸਿਮਰਨ ਆ। ਇਸੇ ਕਰਕੇ ਜੀਵ ਬਹੁਤਾ ਦੁਖੀ ਹੈ। ਆਖੋ ਸਤਨਾਮ। ਹੋਰ ਕੋਈ ਕਾਰਨ ਨਹੀਂ ਹੈ ਭਾਈ।
आओ अगे सुनो की कहते ने। कहते रब की सेवा द्वारा ही तेरी बंद खलासी होनी आ, देखण दे नाल खड़न दे नाल नहीं होनी। अगे सुनो की कहते ने। गौड़े अगन न देह पवन नहीं मगनै, तस्कर नीर न आवे। तस्कर कहते ने जी चोर नूं, तस्कर कहते ने चोर नूं। कहते अग दी इह फुकदी नहीं, अग इस नूं फूकदी नहीं, ना ही हवा इस नूं उड़ा के लै जाती है। चोर इस दे नेड़े नहीं लगदा। राम नाम तन कर संचने, सो तन कत ही न जावै। स्वामी दे नाम दी ऐसी दौलत कतर कर, वो दौलत किधरे नहीं जाती। जिहड़ी आ दुनियावी दौलत है तो माया पैसे की गल कर लीए, दौलत कई प्रकार की 9 प्रकार की दसी है। भावें आपां पैसिਆਂ की गल कर लीए, ये भी गुरमुख प्यारे कत्तर करदे आ, ये भी चली जाती है, हथ च नहीं रहिंदी। धीआं पुत्र इस्त्री जमीन जायदाद की गल कर लीए, ये भी तेरे हथ चों चली जाती है, एक दिन रहिंदी नहीं। अज तू मालका, कल नूं कोई होर बन जाना। पर जिहड़ा नाम जपिया होया ना, जिहड़ा नाम रूपी दौलत कत्तर कीती है, वो तेरे कोल है, वो दौलत नहीं किधरे जाती। आखो सतनाम। कहंदे ना नाम रूपी दौलत नूं अग फूकदी है, ना ही हवा उड़ा के ले जा सकती है, ते ना ही इहदे नेड़े चोर आउंदे। ना वह मरे ना ठग जाए, ना वह मरदी है ते ना उहनूं चोर ठग सकते ने। नाम रूपी धन ये जरूर सानू इकट्ठा करना चाहिए। जिवें असीं माया इकट्ठी करदे आ ना, पैसे इकट्ठे करदे आ, इस तरह नाम रूपी धन दौलत भी सानू इकट्ठी करनी चाहिए। पैसों बिना भी नहीं सरदा, ते नाम की जिहड़ी दौलत आ उहदे बिना तो बिल्कुल ही नहीं सरदा। इस करके गुरमुख प्यारिओ नाम रूपी दौलत इकट्ठी करनी चाहिए। हुण तुसीं बैठे हो, समझ लो ये नाम रूपी दौलत इकट्ठी कर रहे हो। अगे सुनो की कहते ने। हमरा तन मांगो गोबिंद, तरनी तरिया सार तन कहीए। माया दा स्वामी, आलम दा मालिक अते धरती दा आसरा वाहिगुरु मेरी दौलत है, वाहिगुरु मेरा धन है। यही असली दौलत आखी जाती है। असली जिहड़ी दौलत है ना, यही है भाई नाम रूपी धन जिहड़ा। सो सुख गोबिंद की सेवा, सो सुख राज न लहिए राव। जो ठंड चैन जो सुख स्वामी मालिक दी सेवा अंदर प्राप्त हुंदा है, वो सुख किते भी नहीं लभदा है। जिहड़ा सुख सानू सेवा करके सिमरन करके प्राप्त होना ना, वो सुख होर किते भी नहीं लभदा है। इस तन कारण सिब सनकादक खोजत पई उदासी। भगत कबीर जी कहते शिव जी ते सनक आदक, शिव जी अते सनक आदक इस दौलत की खोज भाल खातर जगत त्यागी हो गए। शिव जी अते सनक आदक इस धन दौलत की खोज भाल खातर त्यागी हो गए। आ नाम रूपी दौलत की खातर
ਨਾਮ ਰੂਪੀ ਧਨ ਇਕੱਠਾ ਕਰਨ ਦੀ ਖਾਤਰ ਤਾਂ ਗੁਰਮੁਖ ਪਿਆਰਿਓ ਜਗਤ ਤਿਆਗੀ ਹੋ ਗਏ। ਜਗਤ ਤਿਆਗ ਦਿੱਤਾ ਤੇ शिव जी ते सनक और आदक होर। ਅੱਗੇ ਸੁਣੋ ਕੀ ਕਹਿੰਦੇ ਨੇ। ਮਨ ਮੁਕੰਦ ਜੇ ਬਾ ਨਾਰਾਇਣ ਪਰੈ ਨ ਜਮ ਕੀ ਫਾਸੀ। ਭਗਤ ਕਬੀਰ ਜੀ ਕਹਿੰਦੇ ਜਿਸ ਦੇ ਦਿਲ ਅੰਦਰ ਮੁਕਤੀ ਦੇਣ ਹਾਰ ਅਤੇ ਜਿਸ ਦੀ ਜੀਵ ਉੱਤੇ ਸਰਬ ਵਿਆਪਕ ਸੁਆਮੀ ਹੈ, ਉਹ ਮੌਤ ਦੀ ਫਾਹੀ ਵਿੱਚ ਨਹੀਂ ਪੈਂਦਾ। ਉਹ ਮੌਤ ਦੀ ਫਾਹੀ ਵਿੱਚ ਨਹੀਂ ਪੈਂਦਾ ਜਿਹਦੇ ਦਿਲ ਅੰਦਰ ਤੇ ਜੀਵ ਉੱਤੇ ਸਰਬ ਵਿਆਪਕ ਸੁਆਮੀ ਹੈ। ਇੱਕ ਧਿਆਨ ਰੱਖਿਓ ਜਰਾ, ਸੁਣੋ ਧਿਆਨ ਦੇ ਨਾਲ। ਜਿਹੜਾ ਗੁਰਬਾਣੀ ਪੜ੍ਹਦਾ ਹੈ, ਗੁਰਬਾਣੀ ਦਾ ਜਪ ਕਰਦਾ, ਸਿਮਰਨ ਜਪ ਤਪ ਕਰਦਾ, ਜਿਹਦੇ ਹਿਰਦੇ ਅੰਦਰ ਗੁਰਬਾਣੀ ਹੈ, ਜੀਵ ਦੇ ਉੱਪਰ ਨਾਮ, ਜਿਹੜਾ ਨਾਮ ਜਪਦਾ ਰਹਿੰਦਾ ਨਾ, ਉਹਦੀ ਰਸਨਾ ਦੇ ਉੱਤੇ ਪਰਮੇਸ਼ਰ ਦਾ ਵਾਸਾ ਹੈ। ਆਖੋ ਸਤਨਾਮ। ਜਿਹੋ ਜਿਹਾ ਪਰਮੇਸ਼ਰ ਨੇ ਬਚਨ ਕਰ ਦਿੱਤਾ, ਉਹੋ ਜਿਹਾ ਬਚਨ ਉਹ ਸੇਵਕ ਨੇ ਕਰਤਾ, ਇੱਕ ਬਰਾਬਰ ਹੈ। ਆਖੋ ਸਤਨਾਮ। ਇਸ ਕਰਕੇ ਬੜੇ ਹਵਾਲੇ ਆਉਂਦੇ ਨੇ, ਬੜਾ ਇਤਿਹਾਸ ਆਉਂਦਾ ਇਸ ਤਰ੍ਹਾਂ ਦਾ। ਤਾਂ ਗੁਰਮੁਖ ਪਿਆਰਿਓ ਕਬੀਰ ਜੀ ਆਖਦੇ ਹਨ, ਅੱਗੇ ਫਰਮਾਨ ਕਰਦੇ ਨੇ, ਸਰਵਣ ਕਰੋ। ਨਿਜ ਤਨ ਗਿਆਨ ਭਗਤ ਗੁਰ ਦੀਨੀ, ਤਾਸ ਸਮਤ ਮਨ ਲਾਗਾ। ਕਹਿੰਦੇ ਗੁਰਾਂ ਦੀ ਦਿੱਤੀ ਹੋਈ ਸੁਆਮੀ ਦੀ ਸੇਵਾ ਤੇ ਬ੍ਰਹਮ ਵਿਚਾਰ ਮੇਰੀ ਜਾਤੀ ਦੌਲਤ ਹੈ। ਉਹ ਸ੍ਰੇਸ਼ਟ ਸਿੱਖਿਆ ਨਾਲ ਮੇਰਾ ਚਿੱਤ ਜੁੜਿਆ ਹੋਇਆ ਹੈ। ਸ੍ਰੇਸ਼ਟ ਸਿੱਖਿਆ ਦੇ ਨਾਲ ਮੇਰਾ ਚਿੱਤ ਜੁੜਿਆ ਹੋਇਆ ਹੈ। ਜਲਤ ਅੰਬ ਥੰਬ ਮਨ ਤਾਬਤ ਪਰਮ ਬੰਧਨ ਪਉ ਭਾਗਾ। ਭਗਤ ਕਬੀਰ ਜੀ ਕਹਿੰਦੇ ਸਾਈਂ ਦਾ ਨਾਮ ਸੜਦੀ ਹੋਈ ਰੂਹ ਨੂੰ ਪਾਣੀ ਹੈ ਅਤੇ ਭੱਜੇ ਫਿਰਦੇ ਮਨੂਏ ਨੂੰ ਥੰਮ ਹੈ। ਉਸ ਨਾਲ ਵਹਿਮ ਦੇ ਡਰ ਅਤੇ ਜੋੜ ਉੱਡ ਪੁੱਡ ਜਾਂਦੇ ਨੇ। ਸਾਈਂ ਦਾ ਨਾਮ ਆ ਨਾ, ਮੰਨ ਲਓ ਵੀ ਜਿਵੇਂ ਕਿਤੇ ਅੱਗ ਲੱਗੀ ਹੋਈ ਆ, ਅੱਗ ਦੇ ਉੱਪਰ ਕੀ ਕਰਦੇ ਆਪਾਂ? ਪਾਣੀ ਪਾਉਨੇ ਆ, ਪਾਣੀ ਦੇ ਨਾਲ ਬੁਝਾਉਨੇ ਆ। ਵਾਹਿਗੁਰੂ ਪਰਮੇਸ਼ਰ ਦਾ ਨਾਮ ਪਾਣੀ ਦਾ ਕੰਮ ਕਰਦਾ। ਜਿਹੜੀ ਸਾਡੀ ਰੂਹ ਸੜਬਲ ਰਹੀ ਆ ਨਾ, ਇਹ ਰੂਹ ਨੂੰ ਸੜਦੀ ਬਲਦੀ ਨੂੰ ਨਾਮ ਨੇ ਠੰਡਾ ਕਰਨਾ ਹੈ। ਆਖੋ ਸਤਨਾਮ। ਮਨ ਕਹਿੰਦੇ ਭੱਜਿਆ ਫਿਰਦਾ, ਨਾਮ ਰੂਪੀ ਥੰਮ ਦੇ ਨਾਲ ਇਹ ਜਿਹੜਾ ਭੱਜਿਆ ਫਿਰਦਾ ਨਾ ਮਨ, ਭੱਜੇ ਫਿਰਦੇ ਮਨੂਏ ਲਈ ਥੰਮ ਆ। ਨਾਮ ਜਪਾਂਗੇ ਨਾ, ਬੰਦਗੀ ਕਰਾਂਗੇ, ਸਮਝ ਲਓ ਜਿਵੇਂ ਕੋਈ ਬੰਦਾ ਭੱਜਿਆ ਫਿਰਦਾ, ਮੰਨ ਲਓ ਉਹਨੂੰ ਆਪਾਂ ਥੰਮ ਦੇ ਨਾਲ ਬੰਨ੍ਹ ਦਈਏ, ਉਹ ਕਿਧਰੇ ਨਹੀਂ ਜਾਏਗਾ, ਕਿਧਰੇ ਨਹੀਂ ਭੱਜੇਗਾ। ਨਾਮ ਆ ਨਾ ਜਿਹੜਾ, ਉਹ ਸਮਝ ਲਓ ਥੰਮ ਆ। ਜਦੋਂ ਨਾਮ ਜਪਾਂਗੇ, ਅੱਜ ਜਿਹੜਾ ਮਨ ਭੱਜਿਆ ਫਿਰਦਾ ਨਾ, ਇਹ ਬੰਨਿਆ ਜਾਣਾ ਹੈ। ਆਖੋ ਸਤਨਾਮ। ਕਹਿ ਕਬੀਰ ਮਦਨ ਕੇ ਮਾਤੇ, ਦੇਖ ਵਿਚਾਰੀ। ਕਹਿ ਕਬੀਰ ਮਦਨ ਕੇ ਮਾਤੇ, ਹਿਰਦੇ ਦੇਖ ਵਿਚਾਰੀ। ਕਬੀਰ ਜੀ ਆਖਦੇ ਹਨ, ਉਹ ਤੂੰ ਕੰਮ ਦੇ ਮਤੇ ਹੋਏ ਬੰਦੇ, ਆਪਣੇ ਚਿੱਤ ਵਿੱਚ ਸੋਚ ਸਮਝ ਤੇ ਵੇਖ। ਤੁਮ ਕਰ ਲੱਖ ਕੋਟ ਅਸਬ ਹਸਤੀ,
ਹਮ ਕਰ ਏਕ ਮੁਰਾਰੀ। ਕਹਿੰਦੇ ਤੇਰੇ ਗ੍ਰਹਿ ਵਿੱਚ ਲੱਖਾਂ ਤੇ ਕਰੋੜਾਂ ਹੀ ਕੋਤਲ ਹਾਥੀ ਹਨ। ਤੇਰੇ ਘਰ ਵਿੱਚ ਮੁਰ ਰਾਖਸ ਨੂੰ ਮਾਰਨ ਵਾਲਾ ਇੱਕ ਪ੍ਰਭੂ ਹੈ। ਆ ਤੇਰੇ ਸਰੀਰ ਰੂਪੀ ਘਰ ਦੇ ਵਿੱਚ ਕਰੋੜਾਂ ਹੀ ਕੋਤਲ ਹਨ ਔਰ ਹਾਥੀ ਹਨ। ਮੇਰੇ ਘਰ ਵਿੱਚ ਮੁਰ ਰਾਖਸ ਨੂੰ ਮਾਰਨ ਵਾਲਾ ਇੱਕ ਪ੍ਰਭੂ ਹੈ। ਗੌੜੇ ਜਿਉ ਕੱਪ ਕੇ ਕਰ ਮੁੱਟ ਚਰਨਨ ਕੀ ਲੁਬਦ ਨਾ ਤਿਆਗ ਦਿਓ। ਕਹਿੰਦੇ ਜਿਸ ਤਰ੍ਹਾਂ ਲਾਲਚ ਕਰਕੇ ਬਾਂਦਰ ਆਪਣੇ ਹੱਥ ਦੀ ਛੋਲਿਆਂ ਦੀ ਮੁੱਠੀ ਨੂੰ ਨਹੀਂ ਛੱਡਦਾ, ਜਿਵੇਂ ਪਹਿਲਾਂ ਸ਼ਰਵਣ ਕੀਤਾ ਸੀ ਵੀ ਉਹ ਬਾਂਦਰ ਨੇ ਲਾਲਚ ਦੇ ਵਿੱਚ ਆ ਕੇ ਬਰਤਨ ਦੇ ਵਿੱਚ ਹੱਥ ਪਾਇਆ, ਜਦੋਂ ਮੁੱਠੀ ਮਿੱਚੀ ਬਾਹਰ ਨੂੰ ਨਿਕਲ ਨਹੀਂ ਰਿਹਾ, ਸਾਡੋ ਨੂੰ ਰਿਹਾ ਨਹੀਂ, ਲਾਲਚ ਦੇ ਵਿੱਚ ਆਇਆ ਹੋਇਆ। ਜੇ ਛੋਲੇ ਛੱਡਦਾ ਫਿਰ ਛੋਲੇ ਨਹੀਂ ਮਿਲਦੇ, ਤਾਂ ਗੁਰਮੁਖ ਪਿਆਰੇ ਉਹਨੇ ਮੁੱਠੀ ਖੋਲੀ ਨਹੀਂ, ਬਸ ਫਸ ਗਈ। ਬਸ ਫਿਰ ਉਹ ਕਰ ਲਿਆ ਕਾਬੂ ਫੜਨ ਵਾਲੇ ਨੇ। ਇਸ ਤਰ੍ਹਾਂ ਕਹਿੰਦੇ ਲਾਲਚ ਦੇ ਵਿੱਚ ਆ ਕੇ ਬਾਂਦਰ ਨੇ ਆਪਣੇ ਹੱਥ ਦੀ ਛੋਲਿਆਂ ਦੀ ਮੁੱਠੀ ਨੂੰ ਨਹੀਂ ਛੱਡਦਾ। ਜੋ ਜੋ ਕਰਮ ਕੀਏ ਲਾਲਚ ਸਿਉ ਤੇ ਫਿਰੇ ਗਰਹੇ ਭਰਿਓ। ਅਤੇ ਉਸ ਕਰਕੇ ਫਸ ਜਾਂਦਾ ਹੈ ਉਹ ਬਾਂਦਰ, ਉਸ ਕਰਕੇ ਫਸ ਜਾਂਦਾ ਹੈ। ਇਸੇ ਤਰ੍ਹਾਂ ਹੀ ਅਮਲ ਜੋ ਹਿਰਸ ਦੇ ਰਾਹੀਂ ਬੰਦਾ ਕਮਾਉਂਦਾ ਹੈ, ਕਰਮ ਕਮਾਉਂਦਾ ਹੈ, ਉਹ ਆਖਰ ਨੂੰ ਉਸ ਦੀ ਗਰਦਨ ਦੇ ਦੁਆਲੇ ਫਾਹੀ ਦਾ ਫੰਦਾ ਬਣ ਜਾਂਦਾ ਹੈ। ਭਗਤ ਬਿਨ ਬਿਰਥੇ ਜਨ ਮੰਗਿਓ। ਭਗਤ ਬਿਨ ਬਿਰਥੇ ਜਨ ਮੰਗਿਓ। ਵਾਹਿਗੁਰੂ ਭਗਤ ਕਬੀਰ ਜੀ ਕਹਿੰਦੇ ਨੇ, ਵਾਹਿਗੁਰੂ ਦੀ ਅਨਰਾਗੀ ਸੇਵਾ ਦੇ ਬਗੈਰ ਮਨੁੱਖੀ ਜੀਵਨ ਵਿਅਰਥ ਬੀਤ ਰਿਹਾ ਹੈ। ਜੇ ਅਸੀਂ ਹੁਣ ਨਾ ਸੇਵਾ ਕੀਤੀ ਤੇ ਨਾ ਸਿਮਰਨ ਕੀਤਾ ਤਾਂ ਗੁਰਮੁਖ ਪਿਆਰਿਓ ਇਹ ਜਿਹੜਾ ਜੀਵਨ ਆ ਨਾ, ਇਹ ਵਿਅਰਥ ਚਲਿਆ ਜਾਂਦਾ। ਆਖੋ ਸਤਨਾਮ। ਸੇਵਾ ਔਰ ਸਿਮਰਨ ਇਹ ਦੋ ਖੰਭ ਨੇ ਇਹ ਜੀਵ ਦੇ। ਜਿਵੇਂ ਹੁਣ ਪੰਛੀ ਆ, ਪੰਛੀ ਦੇ ਦੋ ਖੰਭ ਨੇ, ਉਹ ਦੋ ਖੰਭਾਂ ਦੇ ਨਾਲ ਪੰਛੀ ਉੜਦਾ। ਜੇ ਪੰਛੀ ਦੇ ਖੰਭ ਇੱਕ ਕੱਟ ਦਈਏ ਨਾ, ਇੱਕ ਸਾਈਡ ਤੋਂ ਖੰਭ ਕੱਟ ਦਈਏ, ਤਾਂ ਗੁਰਮੁਖ ਪਿਆਰਿਓ ਪੰਛੀ ਉੱਡ ਨਹੀਂ ਸਕਦਾ। ਆਖੋ ਸਤਨਾਮ। ਆਪਣੀ ਮੰਜ਼ਿਲ ਤੇ ਨਹੀਂ ਪਹੁੰਚ ਸਕਦਾ ਪੰਛੀ। ਨਹਿਰ ਦਾ ਪਾਣੀ ਆਪਣੀ ਮੰਜ਼ਿਲ ਤੇ ਪਹੁੰਚਣ ਵਾਸਤੇ ਪਾਣੀ ਦੇ ਆਲੇ ਦੁਆਲੇ ਦੋ ਪਟੜੀਆਂ ਕੀਤੀਆਂ ਹੁੰਦੀਆਂ ਨੇ ਨਾ। ਕਦੇ ਦੇਖਿਆ ਵੀ ਇੱਕ ਪਟੜੀ ਰਾਹੀਂ ਪਾਣੀ ਚਲਿਆ ਜਾ ਰਿਹਾ, ਦੋ ਪਾਸੇ ਪਟੜੀਆਂ ਕੀਤੀਆਂ ਹੁੰਦੀਆਂ ਨੇ। ਜੇ ਦੋਨੇ ਪਟੜੀਆਂ ਕਾਇਮ ਨੇ ਨਾ, ਪਾਣੀ ਆਪਣੀ ਮੰਜ਼ਿਲ ਤੇ ਪਹੁੰਚ ਜਾਂਦਾ ਹੈ। ਆਪਣੀ ਮੰਜ਼ਿਲ ਤੇ ਪਹੁੰਚ ਜਾਂਦਾ ਜਿੱਥੇ ਪਹੁੰਚਣਾ। ਮਾਫ ਕਰ ਦਿਓ ਜੇ ਪਟੜੀ ਟੁੱਟੀ ਹੋਈ ਹੋਵੇ ਨਾ, ਤਾਂ ਪਾਣੀ ਨਾ ਤਾਂ ਮੰਜ਼ਿਲ ਤੇ ਪਹੁੰਚਣਾ, ਪਿੰਡਾਂ ਦੇ ਪਿੰਡ ਤਬਾਹ ਕਰ ਦਿੰਦਾ। ਆਖੋ ਸਤਨਾਮ। ਪਿੱਛੇ ਦੇਖਿਆ ਨਾ ਆਪਾਂ ਨੇ, ਆ ਪਿਛਲੇ ਸਾਲ ਕਿੰਨੇ ਪਿੰਡਾਂ ਦੇ ਪਿੰਡ ਤਬਾਹ ਹੋ ਗਏ, ਕਿੰਨੇ ਡੰਗਰ ਮਰ ਗਏ, ਕਿੰਨੇ ਘਰ ਟਹਿ ਗਏ, ਕਿੰਨਾ ਕੁਝ ਹੋ ਗਿਆ। ਦਰਿਆ ਟੁੱਟਿਆ ਸੀ ਜਦੋਂ। ਇਸ ਕਰਕੇ ਨਾ ਤਾਂ ਮੰਜ਼ਿਲ ਤੇ ਪਹੁੰਚੇ ਤੇ ਤਬਾਹ ਕਰ ਗਿਆ ਕਿੰਨਾ ਕੁਛ। ਜੇ ਮੰਜ਼ਿਲ ਤੇ ਪਹੁੰਚਣਾ ਤਾਂ
ਪਟੜੀ ਦੇ ਦੋਨੇ ਪਾਸੇ ਕਾਇਮ ਹੋਣੇ ਚਾਹੀਦੇ ਨੇ। ਜੇ ਆ ਜੀਵ ਨੇ ਸੱਚਖੰਡ ਪਹੁੰਚਣਾ ਨਾ, ਆਪਣੀ ਮੰਜ਼ਿਲ ਸੱਚਖੰਡ ਆ, ਬੰਦੇ ਦੀ ਮੰਜ਼ਿਲ ਸੱਚਖੰਡ ਹੈ। ਸੱਚਖੰਡ ਵਸੈ ਨਿਰੰਕਾਰ, ਜਿੱਥੇ ਨਿਰੰਕਾਰ ਪਰਮੇਸ਼ਰ ਵਸਦਾ, ਇਹਨੇ ਉੱਥੇ ਪਹੁੰਚਣਾ ਹੈ। ਫਿਰ ਇਹਨੂੰ ਪਹੁੰਚਣ ਲਈ ਕੀ ਚਾਹੀਦਾ? ਸੇਵਾ ਔਰ ਸਿਮਰਨ। ਸੇਵਾ ਵੀ ਚਾਹੀਦੀ ਆ ਤੇ ਸਿਮਰਨ ਵੀ ਚਾਹੀਦਾ। ਕੱਲੇ ਸਿਮਰਨ ਦੇ ਨਾਲ ਵੀ ਨਹੀਂ ਗੱਲ ਬਣਨੀ ਤੇ ਕੱਲੀ ਸੇਵਾ ਦੇ ਨਾਲ ਵੀ ਨਹੀਂ ਗੱਲ ਬਣਨੀ। ਕੱਲਾ ਸਿਮਰਨ ਕਰਾਂਗੇ ਹੰਕਾਰ ਹੋ ਜਾਂਦਾ, ਹੰਕਾਰ ਦੇ ਵਿੱਚ ਆ ਜਾਂਦਾ ਬੰਦਾ ਵੀ ਮੇਰੇ ਵਰਗਾ ਦਾ ਕੋਈ ਹੈ ਨਹੀਂ, ਮੈਂ ਤਾਂ ਬੜਾ ਸਿਮਰਨ ਕਰਦਾ ਜੀ, ਮੇਰੇ ਵਰਗਾ ਕਿਹੜਾ। ਹੰਕਾਰ ਹੋ ਜਾਂਦਾ। ਹਰਿ ਜੀਓ ਹੰਕਾਰ ਨਾ ਭਾਵੀ। ਵੇਦ ਕੂਕ ਕੂਕ ਕੇ ਕਹਿੰਦੇ ਨੇ ਹੰਕਾਰ ਉਹ ਪਰਮੇਸ਼ਰ ਨੂੰ ਚੰਗਾ ਨਹੀਂ ਲੱਗਦਾ। ਔਰ ਫਿਰ ਨਾਲ ਹੰਕਾਰ ਨੂੰ ਦੂਰ ਕਰਨ ਵਾਸਤੇ ਸੇਵਾ। ਇਹ ਜਿਹੜੀ ਸੇਵਾ ਕਰਨੀ ਹੈ ਹੰਕਾਰ ਨੂੰ ਦੂਰ ਕਰਨ ਵਾਸਤੇ ਕਰਨੀ ਆ ਭਾਈ। ਇਹਦੇ ਸੇਵਾ ਦੇ ਨਾਲ ਨਿਰਮਾਣਤਾ ਆ ਜਾਂਦੀ ਆ, ਨਿਮਰਤਾ ਆ ਜਾਂਦੀ ਆ। ਸੇਵਾ ਔਰ ਸਿਮਰਨ ਜਦੋਂ ਦੋਵੇਂ ਸਾਡੇ ਕੋਲ ਕਾਇਮ ਹੋਏ ਤਾਂ ਗੁਰਮੁਖ ਪਿਆਰਿਓ ਇਹ ਜੀਵ ਆਪਣੀ ਮੰਜ਼ਿਲ ਤੇ ਸੱਚਖੰਡ ਪਹੁੰਚ ਜਾਏਗਾ। ਆਖੋ ਸਤਨਾਮ। ਲੱਗਦੀ ਹੈ ਨਾ ਸਮਝ ਗੁਰਬਾਣੀ ਦੀ ਸਾਰੀ। ਸੇਵਾ ਵੀ ਜ਼ਰੂਰੀ ਹੈ ਤੇ ਸਿਮਰਨ ਵੀ, ਦੋਨੇ ਕੰਮ ਜ਼ਰੂਰੀ ਨੇ। ਫਿਰ ਗੁਰਮੁਖ ਪਿਆਰੇ ਅਸੀਂ ਮੰਜ਼ਿਲ ਦੇ ਉੱਤੇ ਪਹੁੰਚ ਸਕਦੇ ਹਾਂ। ਹੁਣ ਜਿਹੜਾ ਅਧਿਆਪਕ ਆ, ਜਿਹਨੇ ਕਿੰਨੀਆਂ ਘਾਲਾਂ ਘਾਲੀਆਂ ਨੇ, ਕਿੰਨਾ ਪੜ੍ਹਿਆ ਹੈ, ਉਹਨੇ ਸਭ ਕੁਝ ਕੀਤਾ, ਆਪਣੀ ਮੰਜ਼ਿਲ ਤੇ ਪਹੁੰਚਿਆ। ਪਹਿਲਾਂ ਉਹਦੀ ਇੱਛਾ ਸੀ ਵੀ ਮੈਂ ਮਾਸਟਰ ਬਣਨਾ, ਅਧਿਆਪਕ ਬਣਨਾ, ਕਿੰਨੀਆਂ ਮਿਹਨਤਾਂ ਕੀਤੀਆਂ, ਕਿੰਨਾ ਕੁਝ ਕੀਤਾ, ਸਾਰਾ ਕੁਝ ਕਰਕੇ, ਇੰਨੀ ਮਿਹਨਤ ਕਰਕੇ ਉਹ ਆਪਣੀ ਮੰਜ਼ਿਲ ਤੇ ਪਹੁੰਚਿਆ। ਜਦੋਂ ਮੰਜ਼ਿਲ ਤੇ ਪਹੁੰਚਿਆ ਤਾਂ ਗੁਰਮੁਖ ਪਿਆਰੇ ਫਿਰ ਜਿਹੜਾ ਅਧਿਆਪਕ ਆ ਉਹ ਵਿਦਿਆਰਥੀਆਂ ਨੂੰ ਪੜ੍ਹਾਉਂਦਾ ਨਾ, ਫਿਰ ਉਹ ਜਦੋਂ ਪੜ੍ਹਾਉਂਦਾ ਆਰਾਮ ਨਾਲ ਕੱਸਾ ਜੱਚਦਾ ਹੀ ਖੜਾ ਹੁੰਦਾ ਤੇ ਜਿਹੜੇ ਵਿਦਿਆਰਥੀ ਨੇ ਉਹ ਪੜ੍ਹਦੇ ਨੇ, ਉਹ ਪੜ੍ਹਦੇ ਨੇ ਤੇ ਉਹ ਆਰਾਮ ਨਾਲ ਖੜਾ ਹੁੰਦਾ। ਉਹਦਾ ਹੱਕ ਆ ਖੜਨ ਦਾ, ਕਿਉਂਕਿ ਉਹ ਸਾਰੀਆਂ ਮੰਜ਼ਿਲਾਂ ਟੱਪ ਗਿਆ ਹੈ। ਅਸੀਂ ਤਾਂ ਹਜੇ ਇੱਕ ਮੰਜ਼ਿਲ ਵੀ ਨਹੀਂ ਟੱਪੀ। ਅਸੀਂ ਉਹੀ ਸੇਵਾ ਚੱਲਦੇ ਹੋਏ ਕੱਛਾਂ ਜੱਚ ਦੇ ਕੇ ਖੜ ਜਾਂਦੇ ਆ। ਅਸੀਂ ਤਾਂ ਹਜੇ ਵਿਦਿਆਰਥੀ ਆ, ਅਧਿਆਪਕ ਨਹੀਂ ਹਾਂ। ਅਸੀਂ ਇਹ ਮੰਜ਼ਿਲਾਂ ਲੰਘੇ ਨਹੀਂ। ਜਦੋਂ ਆ ਮੰਜ਼ਿਲਾਂ ਲੰਘ ਗਏ ਨਾ, ਫਿਰ ਬੇਸ਼ੱਕ ਖੜੇ ਰਹੀਏ, ਫਿਰ ਕੋਈ ਡਰ ਨਹੀਂ ਹੈ। ਪਰ ਸਾਡੇ ਲਈ ਸੇਵਾ ਵੀ ਜ਼ਰੂਰੀ ਆ ਤੇ ਸਿਮਰਨ ਵੀ ਜ਼ਰੂਰੀ ਆ। ਹੱਥੀਂ ਸੇਵਾ ਕਰਾਂਗੇ ਉਹ ਆਨੰਦ ਵੱਖਰਾ ਹੀ ਹੁੰਦਾ। ਭਾਵੇਂ ਥੋੜੀ ਕਰ ਲਓ, ਜਿੰਨੀ ਕੁ ਹੁੰਦੀ ਆ ਉਨੀ ਕੁ ਕਰ ਲਓ, ਪਰ ਕਰਨੀ ਚਾਹੀਦੀ ਹੈ, ਜ਼ਰੂਰੀ। ਅਸੀਂ ਦੱਸ ਦਈਏ ਆਉਣ ਵਾਲੇ ਸਾਡੇ ਪੋਤਿਆਂ ਨੂੰ, ਉਹ ਭਾਈ ਅਸੀਂ ਆ ਸੇਵਾ ਕੀਤੀ ਹੈ ਨਾ ਜਦੋਂ ਦਰਬਾਰ ਸਾਹਿਬ ਬਣਿਆ, ਹੱਥੀਂ ਟੋਕਰੀ ਚੱਕੀ ਆ। ਜੇ ਚੱਕੀ ਹੋਊਗੀ ਤਾਂ ਹੀ ਦੱਸਾਂਗੇ, ਨਹੀਂ ਤਾਂ ਫਿਰ ਇਹ ਕਹਿਣਾ ਪਊ ਭਾਈ ਜਦੋਂ ਆ ਦਰਬਾਰ ਸਾਹਿਬ ਬਣਿਆ ਨਾ ਅਸੀਂ ਐਨ ਖੜੇ ਤੇ ਉੱਪਰ ਆਰਾਮ ਦੇ ਨਾਲ। ਉਹਨੇ ਕਹਿਣਾ ਬਾਪੂ ਸੇਵਾ ਨਹੀਂ ਕਰ ਸਕਦਾ ਸੀ, ਤੂੰ ਉੱਪਰ ਖੜਾ ਸੀ, ਖੜਨ ਦਾ ਤੇਰਾ ਫਾਇਦਾ ਕੀ ਆ। ਇਸ ਕਰਕੇ ਹੱਥੀਂ ਸੇਵਾ ਦਾ ਜਿਹੜੀ ਹੈ ਨਾ ਉਹਦਾ ਆਨੰਦ ਵੱਖਰੀ। ਆਖੋ ਸਤਨਾਮ। ਅੱਗੇ ਸੁਣੋ ਲਾਸਟ ਪੰਕਤੀਆਂ, ਫਿਰ ਆਪਾਂ ਸਮਾਪਤੀ ਕਰੀਏ। ਸੇਵਾ ਦੇ ਨਾਲ, ਸਿਮਰਨ ਦੇ ਨਾਲ ਇਹ ਜੀਵ ਆਪਣੀ ਮੰਜ਼ਿਲ ਤੇ ਪਹੁੰਚ ਜਾਂਦਾ ਹੈ, ਜਿੱਥੇ ਪਹੁੰਚਣਾ। ਬਿਨ ਭਗਤ ਬਿਰਥਾ ਜਨਮ ਗਿਓ। ਕਹਿੰਦੇ ਵਾਹਿਗੁਰੂ ਦੀ, ਪਰਮੇਸ਼ਰ ਦੀ ਸੇਵਾ ਸਿਮਰਨ ਤੋਂ ਬਗੈਰ ਆ ਜਨਮ ਬੇਅਰਥ ਗਵਾ ਲਿਆ। ਆਖੋ ਸਤਨਾਮ। ਸਾਧ ਸੰਗਤ ਭਗਵਾਨ ਭਜਨ ਬਿਨ ਕਈ ਨਾ ਸੱਚ ਰਹਿਓ ਰਾਉ। ਕਹਿੰਦੇ ਗੁਰਮੁਖਾਂ ਦੀ ਸੰਗਤ, ਗੁਰਮੁਖਾਂ ਦੀ ਸੰਗਤ ਅਤੇ ਭਾਗਾਂ ਵਾਲੇ ਸੁਆਮੀ ਦੇ ਸਿਮਰਨ ਦੇ ਬਗੈਰ
ਹੋਰ ਕਿਧਰੇ ਸੱਚ ਨਿਵਾਸ ਨਹੀਂ ਰੱਖਦਾ ਹੈ। ਜਿਉ ਉਦਿਆਨ ਕੁਸਮ ਪਰਫੁੱਲਤ, ਕਿਨੇ ਨਾ ਘਾਲਿਓ ਲਾਇਓ। ਕਹਿੰਦੇ ਜਿਸ ਤਰ੍ਹਾਂ ਬੀਆਬਾਨ, ਜਿਸ ਤਰ੍ਹਾਂ ਬੀਆਬਾਨ ਵਿੱਚ ਫੁੱਲ ਖਿੜਦਾ, ਬੀਆਬਾਨ ਕਹਿੰਦੇ ਨੇ ਜੰਗਲ ਨੂੰ, ਜਿਸ ਤਰ੍ਹਾਂ ਜੰਗਲ ਦੇ ਵਿੱਚ ਫੁੱਲ ਖਿੜਦਾ ਹੈ ਅਤੇ ਕੋਈ ਵੀ ਉਸ ਦੀ ਸੁਗੰਧੀ ਨਹੀਂ ਮਾਣਦਾ। ਹੁਣ ਜਿਹੜਾ ਜੰਗਲ ਦੇ ਵਿੱਚ ਬੀਆਬਾਨ ਦੇ ਵਿੱਚ ਫੁੱਲ ਖਿੜਿਆ ਹੋਇਆ ਉਹ ਸੁਗੰਧੀ ਦੇ ਰਿਹਾ। ਹੁਣ ਉਹ ਜਿਹੜਾ ਜੰਗਲ ਦੇ ਵਿੱਚ ਫੁੱਲ ਆ ਉੱਥੇ ਕਿੰਨੇ ਸੁਗੰਧੀ ਲੈਣੀ ਆ, ਉਹਦੀ ਸੁਗੰਧੀ ਕਿੰਨੇ ਲੈਣੀ ਆ? ਕੋਈ ਨਹੀਂ ਕਹਿੰਦੇ ਮਾਣਦਾ। ਤੈਸੇ ਪਰਮਤ ਅਨੇਕ ਜਨਮ ਮੈਂ ਫਿਰੇ, ਫਿਰ ਕਾਲ ਹਾਰਿਓ। ਇਸੇ ਤਰ੍ਹਾਂ ਆਦਮੀ ਕਈ ਦੁਨੀਆ ਅੰਦਰ ਭਟਕਦਾ ਹੈ ਅਤੇ ਮੌਤ ਉਸ ਨੂੰ ਬਾਰੰਬਾਰ ਤਬਾਹ ਕਰਦੀ ਹੈ। ਮਰ ਜਾਂਦਾ, ਜੰਮਦਾ ਹੈ, ਫਿਰ ਮੌਤ ਆ ਜਾਂਦੀ ਹੈ, ਫਿਰ ਜੰਮਦਾ, ਫਿਰ ਮੌਤ ਆ ਜਾਂਦੀ ਆ। ਇੱਕ ਸਾਲ ਦੇ ਵਿੱਚ ਕਈ ਵਾਰ ਜੰਮਦਾ ਤੇ ਕਈ ਵਾਰ ਮਰਦਾ। ਆਖੋ ਸਤਨਾਮ। ਇਸ ਤਰ੍ਹਾਂ ਬਾਰ-ਬਾਰ ਮੌਤ ਤਬਾਹ ਕਰਦੀ ਆ। ਇਹ ਤਨ ਜੋਬਨ ਅਰ ਸੁਤਦਾਰਾ, ਪੇਖਣ ਕੋ ਜੋ ਦਈ। ਕਹਿੰਦੇ ਇਹ ਦੌਲਤ, ਜਵਾਨੀ, ਇਹ ਦੌਲਤ, ਜਵਾਨੀ, ਪੁੱਤਰ ਅਤੇ ਪਤਨੀ ਜੋ ਸੁਆਮੀ ਦੇ ਦਿੱਤੇ ਹਨ, ਕੇਵਲ ਇੱਕ ਬੀਤ ਜਾਣ ਵਾਲਾ ਨਜ਼ਾਰਾ ਹੈ। ਇੱਕ ਦਿਨ ਜਿਹੜਾ ਨਜ਼ਾਰਾ ਨਾ ਇਹ ਬੀਤ ਜਾਣਾ ਹੈ। ਤਿੰਨ ਹੀ ਮਾਏ ਅਟਿਕ ਜੋ ਉਰਜ, ਇੰਦਰੀ ਪ੍ਰੇਰ ਲਿਓ। ਤਿੰਨ ਹੀ ਮਾਹੇ ਅਟਿਕ ਜੋ ਉਰਜੇ, ਇੰਦਰੀ ਪ੍ਰੇਰ ਲਿਓ। ਜੋ ਇਹਨਾਂ ਅੰਦਰ ਫਸ ਕੇ ਉਲਝ ਜਾਂਦੇ ਹਨ ਉਹਨਾਂ ਨੂੰ ਇੰਦਰੇ ਉਸਕਾ ਦੇ ਕੁਰਾਹੇ ਗਲਤ ਰਸਤੇ ਪਾ ਦਿੰਦੇ ਹਨ। ਜਿਹੜੇ ਇਹਨਾਂ ਚੀਜ਼ਾਂ ਵਿੱਚ ਫਸ ਜਾਂਦੇ ਨੇ ਨਾ ਉਹਨਾਂ ਨੂੰ ਫਿਰ ਇਹ ਗਲਤ ਰਸਤੇ ਪਾ ਦਿੰਦੇ ਹਨ। ਉਰਦ ਅਨਿਲ ਤਨ ਤਿਨ ਕੋ, ਮੰਦਰ ਚੌਂ ਦਿਸ ਨਾਠ ਨਠਿਓ। ਉਮਰ ਅੱਗ ਹੈ, ਉਮਰ ਅੱਗ ਹੈ। ਇਹ ਸਰੀਰ ਫੂਸ ਦਾ ਘਰ ਹੈ। ਚੌਹੀ ਪਾਸੇ ਸਾਰੇ ਇਹ ਬਣਾਵਟ ਬਣੀ ਹੋਈ ਆ। ਕਹਿ ਕਬੀਰ ਪੈ ਸਾਗਰ ਰਤਨ ਮੋਕੋ, ਸਤਿਗੁਰ ਓਟ ਲਿਓ। ਕਹਿ ਕਬੀਰ ਸਾਗਰ ਤਰਨ ਕੋ, ਮੈਂ ਸਤਿਗੁਰ ਓਟ ਲਿਓ। ਭਗਤ ਕਬੀਰ ਜੀ ਕਹਿੰਦੇ ਹਨ ਕਿ ਡਰਾਉਣੇ ਸੰਸਾਰ ਸਮੁੰਦਰ ਤੋਂ ਪਾਰ ਹੋਣ ਲਈ ਕੀ ਕੀਤਾ? ਮੈਂ ਸੱਚੇ ਗੁਰੂ ਦੀ ਪਨਾਹ ਲਈ ਹੈ, ਸੱਚੇ ਗੁਰੂ ਦੀ ਓਟ ਲਈ ਹੈ। ਆਓ ਆਪਾਂ ਵੀ ਸੱਚੇ ਗੁਰਾਂ ਦੀ ਓਟ ਲਈਏ। ਆ ਭਿਆਨਕ ਸਮੁੰਦਰ ਸੰਸਾਰ ਤੋਂ ਪਾਰ ਹੋਣ ਲਈ, ਸੱਚਖੰਡ ਜਾਣ ਲਈ, ਸੱਚਖੰਡ ਦੇ ਵਿੱਚ ਨਿਵਾਸ ਕਰਨ ਲਈ, ਗੁਰੂ ਦੇ ਚਰਨਾਂ ਵਿੱਚ ਨਿਵਾਸ ਕਰਨ ਲਈ ਸਾਨੂੰ ਵੀ ਗੁਰੂ ਦੀ ਪਨਾਹ ਦੀ ਲੋੜ ਹੈ। ਅਸੀਂ ਵੀ ਗੁਰੂ ਦੀ ਪਨਾਹ ਲਈਏ। ਅਸੀਂ ਵੀ ਭਾਈ ਆਪਣੀ ਆਤਮਾ ਨੂੰ ਪਰਮਾਤਮਾ ਦੇ ਨਾਲ ਜੋੜੀਏ। ਸੋ ਆਓ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਕੋਲੋਂ ਇੱਕ ਨਹੀਂ ਨੇਕਾਂ ਹੀ ਤਰ੍ਹਾਂ ਦੀਆਂ ਗਲਤੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਨੇ। ਸੰਗਤਾਂ ਸਤਿਗੁਰੂ ਜੀ ਬਖਸ਼ਣਹਾਰ ਹਨ।
ਜੋ ਕੱਲ ਨੂੰ ਵਿਚਾਰ ਆਵੇਗੀ। ਪਾਣੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ। ਇਹ ਵਿਚਾਰ ਕਰਾਂਗੇ ਆਪਾਂ ਕੱਲ ਨੂੰ। ਆਓ ਅਰਦਾਸ ਹੁਕਮਨਾਮਾ ਸਾਹਿਬ ਕੜਾ ਪ੍ਰਸਾਦੀਆਂ ਦੇਗਾਂ ਲੈ ਕਰਕੇ ਫਿਰ ਆਪੋ ਆਪਣੇ ਕਾਰੋ ਵਿਹਾਰ ਕਰਨੇ ਨੇ। ਲੋਕ ਸੁਖੀਏ ਪਰਲੋਕ ਸਹਿਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਜੋ ਲਾਈਵ ਗੁਰਬਾਣੀ ਵਿਚਾਰ ਕਥਾ ਸਰਵਣ ਕਰ ਰਹੇ ਹੋ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸੰਗਤਾਂ ਦਾ ਬਹੁਤ ਧੰਨਵਾਦ। ਸਤਿਗੁਰੂ ਮਹਾਰਾਜ ਜੀ ਆਪ ਜੀਆਂ ਦਾ ਕੋਟਨ ਕੋਟ ਧੰਨਵਾਦ। ਤੁਸੀਂ ਸਾਨੂੰ ਨਿਮਾਣਿਆਂ ਨੂੰ ਨਿਤਾਣਿਆਂ ਨੂੰ ਚਰਨਾਂ ਦੇ ਵਿੱਚ ਬੈਠਣ ਦੇ ਸੁਭਾਗ ਸਮੇਂ ਬਖਸ਼ਿਸ਼ ਕੀਤੇ। ਆਪ ਜੀਆਂ ਦਾ ਕੋਟਨ ਕੋਟ 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 ਧੰਨਵਾਦ।